ਬੀਤੇ ਦਿਨੀ ਗੜੀ ਕਾਨਗੋ ਦੇ ਸੁਸਾਇਟੀ ਦੇ ਸੈਕਟਰੀ ਵੱਲੋਂ ਕੀਤੀ ਆਤਮ ਹੱਤਿਆ ਦੇ ਮਾਮਲੇ 'ਚ 3 ਇੰਸਪੈਕਟਰਾਂ ਖਿਲਾਫ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ ਹੈ। ਇਸ ਮਾਮਲੇ ਨੂੰ ਲੈ ਕੇ ਇੰਸਪੈਕਟਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਪੁਲਿਸ ਨੇ ਬਿਨਾਂ ਜਾਂਚ ਕੀਤਿਆਂ ਇਹ ਮਾਮਲਾ ਦਰਜ ਕੀਤਾ ਹੈ। ਉਹਨਾਂ ਕਿਹਾ ਕਿ ਪਹਿਲਾਂ ਜਾਂਚ ਹੁੰਦੀ ਬਾਅਦ 'ਚ ਮਾਮਲਾ ਦਰਜ ਹੁੰਦਾ ਤਾਂ ਉਹਨਾਂ ਨੂੰ ਕੋਈ ਦੁੱਖ ਨਹੀਂ ਸੀ। ਪਿਛਲੇ ਦਿਨੀ ਗੜੀ ਕਾਨੂੰਗੋਆਂ ਸਹਿਕਾਰੀ ਸਭਾ ਦੇ ਜਿਹੜੇ ਸਕੱਤਰ ਸੀਗੇ ਸੁਖਦੇਵ ਸਿੰਘ ਜੀ, ਉਹਨਾਂ ਵੱਲੋਂ ਆਤਮ ਹੱਤਿਆ ਕਰ ਲਈ ਗਈ ਤੇ ਜਿਹੜੀ ਉਹਨਾਂ ਦੀ ਬਾਡੀ ਸੀ ਉਹ ਬਿਆਸ ਦੇ ਲਾਗਿਓਂ ਮਿਲੀ। ਤਾਂ ਉਸ ਸਮੇਂ ਤੱਕ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਸੁਸਾਈਡ ਨੋਟ ਜਾਂ ਕੋਈ ਵੀ ਚੀਜ਼ ਇਹੋ ਜਿਹੀ ਪ੍ਰਾਪਤ ਨਹੀਂ ਸੀ ਹੋਈ, ਜਦ ਕਿ ਸਾਡੀ ਯੂਨੀਅਨ ਵੱਲੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ, ਰਾਬਤਾ ਕਾਇਮ ਕੀਤਾ ਗਿਆ ਤੇ ਕਿਤੇ ਨਾ ਕਿਤੇ ਉਹਨਾਂ ਦੇ ਪਰਿਵਾਰ ਵੱਲੋਂ ਇਹ ਸੀਗਾ ਕਿ ਜਿਹੜਾ ਇਹ ਪਰਚਾ ਹੈ ਉਹ ਦਰਜ ਕੀਤਾ ਜਾਵੇ। ਔਰ ਜਿਹੜੇ ਸਕੱਤਰ ਸਭਾ ਦੀ ਡੈਥ ਹੋਈ ਹੈ ਉਹਨਾਂ ਦੀ ਪਤਨੀ ਦੇ ਬਿਹਾਫ ਦੇ ਉੱਤੇ, ਉਹਨਾਂ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਸਾਡੇ 3 ਨਿਰੀਖਕਾਂ ਦੇ ਉੱਤੇ 3 ਇੰਸਪੈਕਟਰਸ ਦੇ ਪਰਚਾ ਦਰਜ ਕਰ ਦਿੱਤਾ ਗਿਆ, ਜਿਹਦੇ ਵਿੱਚ 306 ਤੇ 34 ਦੀ ਧਾਰਾ ਜਿਹੜੀ ਹੈ ਉਹ ਲਗਾਈ ਗਈ। ਸਰ ਉਹਦਾ ਦੋਸ਼ ਕੀ ਹੈ? ਉਹਦੇ ਉੱਤੇ ਹੀ ਅਸੀਂ ਇਹ ਗੱਲ ਦੇ ਉੱਤੇ ਆ ਰਹੇ ਹਾਂ ਜੀ ਕਿ ਮਸਲਾ ਕਿਸ ਜਗ੍ਹਾ ਦੇ ਉੱਤੇ ਖੜਾ ਹੈ ਕਿ ਜਦੋਂ ਕਿਤੇ ਨਾ ਕਿਤੇ ਕੋਈ ਗਬਨ ਐਮਬੈਜ਼ਲਮੈਂਟ ਹੋ ਰਹੀ ਹੈ ਸੁਸਾਇਟੀ ਦੇ ਵਿੱਚ। ਇਸ ਸੁਸਾਇਟੀ ਦੇ ਵਿੱਚ ਵੀ ਗੜੀ ਕਾਨੂੰਗੋ ਦੇ ਵਿੱਚ ਕੀ ਹੋਇਆ ਕਿ ਜਿਹੜੇ ਮੌਜੂਦਾ ਇੰਸਪੈਕਟਰ ਸੀਗੇ ਬਲਦੀਪ ਸਿੰਘ, ਉਹਨਾਂ ਵੱਲੋਂ ਇੱਕ ਦਿਨ ਪਹਿਲਾਂ ਰਿਪੋਰਟ ਕੀਤੀ ਜਾਂਦੀ ਹੈ 17,20,000 ਰੁਪਏ ਕੁਝ ਪੈਸੇ ਦੇ ਗਬਨ ਦੀ, ਜਿਹਦੇ ਵਿੱਚ ਸਭਾ ਦੀ ਪ੍ਰਬੰਧਕ ਕਮੇਟੀ ਨੂੰ ਸਾਰੀ ਗੱਲ ਬਾਰੇ ਪਤਾ ਹੈ, ਪਿੰਡ ਦੇ ਮੋਹਤਵਰ ਬੰਦਿਆਂ ਨੂੰ ਸਾਰੀ ਗੱਲ ਬਾਰੇ ਪਤਾ ਕਿ ਗਬਨ ਹੋਇਆ ਹੈ। ਸਰ ਇੰਸਪੈਕਟਰ ਸਾਹਿਬ ਨੂੰ ਕਿਸੇ ਨੇ ਅਫਸਰ ਨੇ ਹਦਾਇਤ ਕੀਤੀ ਸੀ ਜਾਂ ਉਹ ਆਪਣੇ ਤੌਰ ਤੇ ਜਾਂਚ ਕਰ ਰਹੇ ਸੀ? ਨਹੀਂ, ਜਿਹੜੇ ਇੰਸਪੈਕਟਰ ਸੀਗੇ ਬਲਦੀਪ ਸਿੰਘ ਜੀ, ਇਹ ਮਹਿਜ਼ 4 ਦਿਨ ਪਹਿਲਾਂ ਹੀ ਇਹਨਾਂ ਦੀ ਇੱਥੇ ਪੋਸਟਿੰਗ ਹੋਈ ਸੀ ਤੇ AR ਬਲਾਚੌਰ ਜਿਨ੍ਹਾਂ ਦੇ ਅਧੀਨ ਇਹ ਸਭਾ ਆ ਰਹੀ ਸੀ, ਉਹਨਾਂ ਵੱਲੋਂ ਇਹ ਹਦਾਇਤ ਕੀਤੀ ਗਈ ਕਿ ਇਸ ਸਭਾ ਦੇ ਵਿੱਚ ਡਿਫਾਲਟਰ ਅਮਾਊਂਟ ਬਹੁਤ ਜ਼ਿਆਦਾ ਆ, ਉਹਦੀ ਜਿਹੜੀ ਰਿਕਵਰੀ ਲਈ ਕੋਈ ਨਾ ਕੋਈ ਕਾਰਵਾਈ ਕੀਤੀ ਜਾਵੇ ਤੇ ਹਿਸਾਬ ਤਸਦੀਕ ਕੀਤੇ ਜਾਣ। ਜਦੋਂ ਪ੍ਰਬੰਧਕ ਕਮੇਟੀ ਨੂੰ ਨਾਲ ਲੈ ਕੇ ਉੱਥੇ ਹਿਸਾਬ ਤਸਦੀਕ ਕੀਤੇ ਗਏ ਤਾਂ ਜਿਹੜੀ ਅੰਤਰਿਮ ਰਿਪੋਰਟ ਸੀਗੀ ਸਟਾਰਟਿੰਗ ਦੇ ਵਿੱਚ ਉਹ 17,20,000 ਰੁਪਏ ਦੀ ਕੀਤੀ ਗਈ ਤੇ ਉਸੇ ਰਿਪੋਰਟ ਦੇ ਦਬਾਅ ਦੇ ਹੇਠ ਚੱਲਦੇ ਕਿਤੇ ਨਾ ਕਿਤੇ ਆਪਣੇ ਕੰਮ ਨੂੰ ਲੁਕਾਉਣ ਦੇ ਲਈ ਜਾਂ ਕੋਈ ਚੀਜ਼ ਨੂੰ ਕਰਨ ਦੇ ਲਈ ਜਿਹੜੇ ਉਹ ਸਕੱਤਰ ਸਭਾ ਸੀਗੇ ਉਹ ਗੁੰਮਸ਼ੁਦਾ ਹੋ ਗਏ। ਪਰ ਮੇਰੀ ਇੱਥੇ ਪ੍ਰਸ਼ਾਸਨ ਦੇ ਅੱਗੇ ਤੇ ਖਾਸ ਤੌਰ ਤੇ ਸਰਕਾਰ ਦੇ ਕੋਲ ਇੱਕ ਬੇਨਤੀ ਹੈ ਕਿ ਅਜਿਹੇ ਮਾਮਲਿਆਂ ਦੇ ਵਿੱਚ ਸਭ ਤੋਂ ਪਹਿਲਾਂ ਪੜਤਾਲ ਕੀਤੀ ਜਾਵੇ। ਅਸੀਂ ਨਹੀਂ ਕਹਿ ਰਹੇ ਕਿ ਪੁਲਿਸ ਪ੍ਰਸ਼ਾਸਨ ਆਪਣਾ ਕੰਮ ਨਾ ਕਰੇ, ਜੇਕਰ FIR ਕਰਨੀ ਬਣਦੀ ਹੈ ਬੇਸ਼ੱਕ ਕੀਤੀ ਜਾਵੇ, ਜੇਕਰ ਪਰ ਉਸ ਤੋਂ ਪਹਿਲਾਂ ਪੜਤਾਲ ਹੋਵੇ, ਚਾਹੇ ਉਹ ਵਿਭਾਗੀ ਹੋਵੇ ਪੁਲਿਸ ਵੱਲੋਂ ਹੋਵੇ, ਉਹ ਪੜਤਾਲ ਦੇ ਉੱਤੇ ਇੱਕ ਸਿੱਟਾ ਕੱਢਿਆ ਜਾਵੇ ਕਿ ਜੇਕਰ ਕੋਈ ਮੁਲਾਜ਼ਮ ਸਰਕਾਰੀ ਜਾਂ ਅਰਧ ਸਰਕਾਰੀ ਇਸ ਮਾਮਲੇ ਦੇ ਵਿੱਚ ਇਨਵੋਲਵ ਹੈ ਫਿਰ ਉਹਦਾ ਨਾਮ ਮਾਮਲੇ 'ਚ ਦਰਜ ਕੀਤਾ ਜਾਵੇ। ਹੁਣ ਸਾਡੇ ਉੱਤੇ ਇੱਕ ਪ੍ਰੈਸ਼ਰ ਬਿਲਡ ਹੋ ਗਿਆ ਕਿ ਜੇ ਇਹ ਦੂਸਰਾ ਕੇਸ ਨਵਾਂ ਸ਼ਹਿਰ ਦੇ ਵਿੱਚ ਹੋਇਆ, ਇੱਕ ਜਗਤਪੁਰ ਸੁਸਾਇਟੀ 'ਚ ਵੀ ਹੋਇਆ ਸੀ, ਉਹਦੇ ਵਿੱਚ ਵੀ ਜਦੋਂ ਇੱਕ ਸਕੱਤਰ ਸਭਾ ਵੱਲੋਂ ਖੁਦਕੁਸ਼ੀ ਦਾ ਮਾਮਲਾ ਸਾਹਮਣੇ ਆਇਆ ਤਾਂ ਸਾਡੇ 5 ਅਧਿਕਾਰੀਆਂ ਦੇ ਉੱਤੇ ਜਿਹੜਾ ਪਰਚਾ ਆ ਉਹ ਦਰਜ ਕਰ ਦਿੱਤਾ ਗਿਆ ਤੇ ਬਾਅਦ ਦੇ ਵਿੱਚ ਜਦੋਂ ਉਹਦੀ ਪੜਤਾਲ ਹੋਈ ਤਾਂ 1 ਕਰੋੜ 90 ਲੱਖ ਰੁਪਏ ਦੀ ਜਿਹੜੀ ਰਿਪੋਰਟ ਹੈ ਉਹ ਜਗਤਪੁਰ ਸਭਾ ਦੇ ਵਿੱਚ ਹੋਈ ਸੀ। ਹੋਰ ਜਿਹੜਾ ਅਸੀਂ 17 ਲੱਖ ਦਾ ਸਾਡੇ ਇੰਸਪੈਕਟਰ ਸਾਹਿਬਾਨ ਨੇ ਗਬਨ ਇੱਥੇ ਫੜਿਆ, ਔਰ ਸਾਨੂੰ ਉਮੀਦ ਹੈ ਕਿ ਜੋ ਅਸੀਂ ਅੰਦਾਜ਼ਾ ਲਗਾਇਆ ਪੇਪਰਾਂ ਨੂੰ ਦੇਖ ਕੇ ਜਾਂ ਜੋ ਪਿੰਡ ਵਾਲੇ ਦੱਸ ਰਹੇ ਨੇ ਕਿ ਇਹ ਗਬਨ ਹਜੇ ਹੋਰ ਅੱਗੇ ਵਧੇਗਾ, ਜਿਸ ਦੇ ਡਰ ਨੂੰ ਦੇਖਦੇ ਹੋਏ ਸਕੱਤਰ ਸਭਾ ਵੱਲੋਂ ਕੋਈ ਇਹੋ ਜਿਹੜੀ ਕੋਸ਼ਿਸ਼ ਉਹ ਕੀਤੀ ਗਈ ਹੈ। ਪਰ ਕਿਤੇ ਨਾ ਕਿਤੇ ਸਾਡੀ ਜਿਹੜੀ ਨੌਕਰੀ ਹੈ, ਸਾਡਾ ਜਿਹੜਾ ਪ੍ਰੈਜ਼ੈਂਟ ਤੇ ਫਿਊਚਰ ਹੈ ਉਹ ਹਨੇਰੇ ਵਾਲੇ ਪਾਸੇ ਨੂੰ ਜਾ ਰਿਹਾ ਹੈ। ਜੇਕਰ ਅਸੀਂ ਬਤੌਰ ਇੰਸਪੈਕਟਰ ਆਪਣਾ ਇਹ ਕੰਮ ਨਹੀਂ ਕਰਦੇ ਤਾਂ ਵਿਭਾਗ ਸਾਡੀਆਂ 4 ਸ਼ੀਟਾਂ ਬਣਾ ਰਿਹਾ ਹੈ। ਜੇਕਰ ਅਸੀਂ ਇਹ ਕੰਮ ਕਰਦੇ ਹਾਂ ਤੇ ਸਾਡੇ ਤੇ ਬਿਨਾਂ ਪੜਤਾਲ 306 ਦੇ ਮੁਕੱਦਮੇ ਦਰਜ ਹੋ ਰਹੇ ਨੇ, ਜਿਹਦੇ ਨਾਲ ਸਾਡਾ ਭਵਿੱਖ ਖਰਾਬ ਹੋ ਰਿਹਾ ਹੈ। ਅਸੀਂ ਪ੍ਰਸ਼ਾਸਨ ਦੇ ਅੱਗੇ ਗੁਜ਼ਾਰਿਸ਼ ਵੀ ਕਰਦੇ ਹਾਂ, ਬੇਨਤੀ ਵੀ ਕਰਦੇ ਹਾਂ, ਔਰ ਪਿਛਲੀ 13 ਤਰੀਕ ਤੋਂ ਲੈ ਕੇ ਅੱਜ ਤੱਕ ਅਸੀਂ ਲਗਾਤਾਰ ਸਮੁੱਚੇ ਪੰਜਾਬ ਦੇ ਇੰਸਪੈਕਟਰ ਹੜਤਾਲ ਦੇ ਉੱਤੇ ਸੀ। ਅੱਜ ਮੰਤਰੀ ਸਾਹਿਬ ਮਾਨਯੋਗ ਰਜਿਸਟਰਾਰ ਸਹਿਕਾਰੀ ਸਭਾਵਾਂ ਪੰਜਾਬ ਜੀ ਦੀ ਅਪੀਲ ਤੇ ਜਿਹੜੀ ਹੜਤਾਲ ਹੈ ਅੱਜ ਅਸੀਂ ਉਹ ਖੋਲ੍ਹੀਏ। ਪਰ ਪ੍ਰਸ਼ਾਸਨ ਨਵੇਂ ਸ਼ਹਿਰ ਨੂੰ ਮੈਂ ਇੱਕ ਬੇਨਤੀ ਕਰਦਾ ਕਿ ਜੇਕਰ ਕਿਸੇ ਵੀ ਜਗ੍ਹਾ 'ਤੇ ਕੋਈ ਇਹੋ ਜਿਹਾ ਮਾਮਲਾ ਸਾਹਮਣੇ ਆਉਂਦਾ ਸਾਡੇ ਨਾਲ ਧੱਕਾ ਨਾ ਕੀਤਾ ਜਾਵੇ, ਕਿਉਂਕਿ ਜੇਕਰ ਕਿਸੇ SHO ਜਿਹੜਾ ਥਾਣੇ ਦਾ ਇੰਚਾਰਜ ਹੁੰਦਾ ਉਹਦੇ ਏਰੀਏ ਦੇ ਵਿੱਚ ਜੇਕਰ ਕੋਈ ਲੁੱਟ ਖੋਹ ਹੋ ਜੇ, ਕੋਈ ਵਾਰਦਾਤ ਹੋ ਜੇ, ਕਤਲ ਹੋ ਜੇ ਤਾਂ ਕੀ ਉਸ SHO ਤੇ ਢਿੱਲੀ ਕਾਰਗੁਜ਼ਾਰੀ ਦੇ ਅਧੀਨ FIR ਦਰਜ ਕਰ ਦਿੱਤੀ ਜਾਂਦੀ ਹੈ? ਨਹੀਂ, ਉਹ SHO ਪੜਤਾਲ ਕਰਦਾ ਤੇ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੁੰਦੀ ਹੈ। ਸੋ ਸਾਡੇ ਉੱਤੇ ਵੀ ਇਹੋ ਜਿਹਾ ਜਿਹੜਾ ਸਿਸਟਮ ਉਹ ਲਾਗੂ ਹੋਣਾ ਚਾਹੀਦਾ ਹੈ ਕਿ ਜੇਕਰ ਕਿਸੇ ਜਗ੍ਹਾ ਤੇ ਕੋਈ ਬੰਦਾ ਮਰ ਜਾਂਦਾ, ਕੋਈ ਸੁਸਾਈਡ ਕਰ ਲੈਂਦਾ, ਕੋਈ ਵੀ ਮਿਸਹੈਪਨਿੰਗ ਹੁੰਦੀ ਹੈ, ਉਹਦੀ ਪ੍ਰੋਪਰ ਵੇ ਨਾਲ ਪੜਤਾਲ ਹੋਵੇ। ਪੜਤਾਲ ਹੋਣ ਤੋਂ ਬਾਅਦ ਜੇ ਕੋਈ ਦੋਸ਼ੀ ਹੈ ਤੇ ਉਹਦੇ ਤੇ ਕਾਰਵਾਈ ਕੀਤੀ ਜਾਵੇ, ਸਾਨੂੰ ਨਜਾਇਜ਼ ਨਾ ਘੜੀਸਿਆ ਜਾਵੇ ਕੇਸਾਂ 'ਚ। ਪ੍ਰਧਾਨ ਜੀ, ਜਿਹੜਾ ਇਹ ਤੁਹਾਡੀ ਮੁੱਢਲੀ ਰਿਪੋਰਟ ਦੇ ਵਿੱਚ 17 ਲੱਖ ਦਾ ਆਇਆ ਜਿਹੜਾ ਗਬਨ ਆਇਆ, ਉਹਦਾ ਢੰਗ ਤਰੀਕਾ ਕੀ ਸੀਗਾ? ਉਹਦਾ ਢੰਗ ਇਹ ਸੀਗਾ ਜੀ ਕਿ ਸਕੱਤਰ ਸਭਾ ਵੱਲੋਂ ਜਿਹੜੇ ਮਰੇ ਹੋਏ ਮੈਂਬਰ ਸੀਗੇ, ਜਿਹੜੀ ਸਾਡੀ ਕੋਆਪਰੇਟਿਵ ਸੁਸਾਇਟੀ ਹੁੰਦੀ ਉਹਦੇ ਜਿਹੜੇ ਮਰੇ ਹੋਏ ਮੈਂਬਰ ਸੀ ਉਹਨਾਂ ਦੇ ਨਾਮ ਦੇ ਉੱਤੇ ਐਡਵਾਂਸਮੈਂਟ ਖੜੀ ਕੀਤੀ ਹੋਈ ਸੀ।
ਹੁਣ ਉਹਨੂੰ ਤਸਦੀਕ ਕਰਨ ਦਾ ਕਿਤੇ ਨਾ ਕਿਤੇ ਜਿਹੜਾ ਕੰਮ ਹੈ ਉਹ ਚੁਣੀ ਹੋਈ ਪ੍ਰਬੰਧਕ ਕਮੇਟੀ ਦੇ ਕੋਲ ਹੁੰਦਾ ਹੈ ਔਰ ਐਡਵਾਂਸਮੈਂਟ ਕਰਨੀ ਹੁੰਦੀ ਸਕੱਤਰ ਸਭਾ ਨੇ, ਜਿਹਦੇ ਵਿੱਚ ਇੰਸਪੈਕਟਰ ਦਾ ਕੋਈ ਰੋਲ ਹੀ ਨਹੀਂ ਹੁੰਦਾ। ਤੇ ਉਸ ਤੋਂ ਬਾਅਦ ਜਦੋਂ ਅਸੀਂ ਹਿਸਾਬ ਤਸਦੀਕ ਕਰਦੇ ਹਾਂ ਕਿ ਇਹਦੀ ਰਿਕਵਰੀ ਕਿਉਂ ਨਹੀਂ ਹੋ ਰਹੀ, ਫਿਰ ਅਸੀਂ ਅਨਾਉਂਸਮੈਂਟ ਕਰਵਾਉਂਦੇ ਹਾਂ, ਲੋਕਾਂ ਨੂੰ ਸੁਸਾਇਟੀ 'ਚ ਬੁਲਾਉਂਦੇ ਹਾਂ ਕਿ ਆਪਣੀਆਂ ਕਾਪੀਆਂ ਲੈ ਕੇ ਆਓ। ਜਦੋਂ ਐਡਵਾਂਸਮੈਂਟ ਟੈਲੀ ਕਰਦੇ ਹਾਂ ਫਿਰ ਪਤਾ ਲੱਗਦਾ ਕਿ ਉੱਥੇ ਗਬਨ ਹੈ ਜਾਂ ਨਹੀਂ। ਨਹੀਂ ਤੁਹਾਡੇ ਮਤਲਬ ਕਿ ਲੋਕੀ ਨੇ ਪੈਸੇ ਜਮ੍ਹਾਂ ਕਰਵਾਏ ਸੀ, ਅਗਲੇ ਐਂਡ ਤੇ ਨਹੀਂ ਜਮ੍ਹਾਂ ਹੋਏ, ਇਹੀ ਮਤਲਬ ਹੋਇਆ? ਨਹੀਂ ਜੀ, ਜਿਹੜੇ ਸਭਾ ਦੇ ਪੁਰਾਣੇ ਮੈਂਬਰ ਸੀਗੇ ਉਹ ਇਸ ਦੁਨੀਆ ਤੋਂ ਚਲੇ ਗਏ, ਉਹਨਾਂ ਦੇ ਨਾਂ ਦੇ ਉੱਤੇ ਜਾਲੀ ਐਡਵਾਂਸਮੈਂਟ ਹੋਈ ਸੀ। ਜਿਹੜਾ ਇਹ 17 ਲੱਖ ਰੁਪਏ ਦੀ ਮਤਲਬ ਕਰਜ਼ਾ ਦਿੱਤਾ ਗਿਆ ਸੀ ਸਭਾ ਵੱਲੋਂ, ਉਹਨਾਂ ਦੇ ਨਾਮ ਤੇ ਜਾਲੀ ਐਡਵਾਂਸਮੈਂਟ ਖੜੀ ਕੀਤੀ ਗਈ ਹੈ। ਕਿੰਨੇ ਕੁ ਦਾ ਚਾਂਸ ਹੈ, ਮਤਲਬ ਉੱਥੇ ਕਿੰਨੇ ਕੁ ਤੁਸੀਂ ਅੰਦਾਜ਼ਾ ਕਿ ਕਿੰਨਾ ਕੁ? ਅੰਦਾਜ਼ਾ ਜੋ ਤਾਂ ਹੁਣ ਤੱਕ ਪਿੰਡ ਵਾਲਿਆਂ ਨਾਲ ਜਾਂ ਕਮੇਟੀ ਵਾਲਿਆਂ ਨਾਲ ਜੋ ਸਾਡੀ ਗੱਲਬਾਤ ਹੋਈ ਹੈ ਜਾਂ ਜੋ ਇੰਸਪੈਕਟਰ ਸਾਹਿਬ ਨੇ ਦੱਸਿਆ, ਇਹ ਜਿਹੜਾ ਮਾਮਲਾ ਹੈ 50 ਤੋਂ 70 ਲੱਖ ਦੇ ਕਰੀਬ ਜਾਏਗਾ। ਬਾਕੀ ਇੱਕ ਵਾਰ ਜਦੋਂ ਹੁਣ ਸੁਸਾਇਟੀ ਖੁੱਲੇਗੀ, ਹਿਸਾਬ ਤਸਦੀਕ ਹੋਣਗੇ, ਅਸਲ ਜਿਹੜੀ ਫਿਗਰ ਹੈ ਉਸ ਸਮੇਂ ਸਾਹਮਣੇ ਆਏਗੀ। ਤੁਸੀਂ ਅੱਗੇ ਗੱਲ ਦੱਸੀ ਸੀ ਕਿ ਕੋਈ ਸਿੱਟ ਬਣਾਉਣ ਬਾਰੇ ਵੀ ਕੋਈ ਇਸ ਤਰ੍ਹਾਂ ਦੀ ਵੀ ਕੋਈ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਤੇ? ਅਸੀਂ ਮੰਤਰੀ ਸਾਹਿਬ ਦੇ ਨਾਲ ਮਿਲ ਕੇ ਗੱਲ ਕਰਕੇ ਆਏ ਹਾਂ ਕਿ ਜਿਹੜਾ ਨਵੇਂ ਸ਼ਹਿਰ ਦਾ ਪੁਲਿਸ ਪ੍ਰਸ਼ਾਸਨ ਹੈ ਇਹ ਅੰਡਰ ਪ੍ਰੈਸ਼ਰ ਕੰਮ ਕਰ ਰਿਹਾ, ਸਾਨੂੰ ਇਹਨਾਂ ਤੋਂ ਇਨਸਾਫ ਦੀ ਕੋਈ ਉਮੀਦ ਨਹੀਂ, ਜਿਸ ਕਰਕੇ ਮੰਤਰੀ ਸਾਹਿਬ ਨੂੰ ਮਿਲ ਕੇ ਤੇ ਮਾਨਯੋਗ ADGP ਸਾਹਿਬ ਨੂੰ ਮਿਲ ਕੇ ਜਿਹੜੀ 3 ਮੈਂਬਰੀ ਸਿੱਟ ਬਣਾਈ ਜਾ ਰਹੀ ਹੈ, ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਹੈ ਕਿ ਜਿਹੜੀ ਇਸ ਕੇਸ ਦੀ ਇਨਕੁਆਇਰੀ ਹੈ ਉਹ ਕਿਸੇ ਬਾਹਰ ਦੇ ਜ਼ਿਲ੍ਹੇ ਦੇ SSP ਸਾਹਿਬ ਨੂੰ ਦਿੱਤੀ ਜਾਵੇ, ਤਾਂ ਜੋ ਸਾਨੂੰ ਜਿਹੜਾ ਇਨਸਾਫ ਹੈ ਉਹ ਮਿਲ ਸਕੇ। ਕਿਉਂਕਿ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਇਹ ਸਾਡੇ ਉੱਤੇ ਦੂਜਾ ਮਾਮਲਾ ਬਿਨਾਂ ਇਨਕੁਆਇਰੀ ਦਰਜ ਹੋਇਆ ਔਰ ਜਗਤਪੁਰ ਵਾਲੇ ਮਾਮਲੇ ਦੇ ਵਿੱਚ ਬਹੁਤ ਕਲੀਅਰ ਪੁਲਿਸ ਨੂੰ ਪਤਾ ਲੱਗ ਗਿਆ ਕਿ 1 ਕਰੋੜ 90 ਲੱਖ ਦਾ ਗਬਨ ਹੋਇਆ। ਹੁਣ ਜਿਹੜੇ ਲੋਕ ਮੁਲਾਜ਼ਮ ਗਬਨ ਕਰ ਰਹੇ ਨੇ ਉਹ 'ਚ ਸਾਡੇ ਇੰਸਪੈਕਟਰ ਦਾ ਰੋਲ ਨਹੀਂ, ਅਸੀਂ ਤਾਂ ਨੌਕਰੀ ਕਰਨੀ ਹੈ, ਜਿਸ ਕਰਕੇ ਸਰਕਾਰ ਨੇ ਸਾਨੂੰ ਭਰਤੀ ਕੀਤਾ। ਸੋ ਮੇਰੀ ਇੱਕ ਵਾਰ ਫਿਰ ਅਪੀਲ ਹੈ ਕਿ ਇਹੋ ਜਿਹਾ ਕੰਮ ਪੁਲਿਸ ਵਿਭਾਗ ਨਾ ਕਰੇ। ਅਨਮੈਰਿਡ ਮੁੰਡੇ ਕੁੜੀਆਂ ਵੀ ਇਸ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਨੇ। ਜਦੋਂ ਤੁਸੀਂ 306 ਦਾ ਮੁਕੱਦਮਾ ਉਹਨਾਂ 'ਤੇ ਦਰਜ ਕਰ ਦਿੰਦੇ ਹੋ ਤਾਂ ਉਹਨਾਂ ਦਾ ਭਵਿੱਖ ਧੁੰਦਲਾ ਹੋ ਜਾਂਦਾ ਹੈ। ਕਿਰਪਾ ਕਰਕੇ ਇਹੋ ਜਿਹਾ ਤਸ਼ੱਦਦ, ਇਹੋ ਜਿਹੀ ਮਾਨਸਿਕ ਪਰੇਸ਼ਾਨੀ ਹੇਠ ਮੁਲਾਜ਼ਮਾਂ ਨੂੰ ਨਾ ਰੱਖਿਆ ਜਾਵੇ।